जो जन तुमरी भगत करन ते तिनके काज सवारता, तिनके काज सवारता। जो ਗੁਰਮੁਖ ਪਿਆਰਿਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰਿਓ, ਗੁਰੂ ਦੀ ਦੱਸੀ ਬਾਣੀ ਮੁਤਾਬਕ ਵਿਚਾਰ ਕਰੀਏ ਭਗਤ ਧੰਨਾ ਜੀ ਦੇ ਸੰਬੰਧ ਵਿੱਚ। ਭਗਤ ਧੰਨਾ ਜੀ ਦਾ ਜੀਵਨ ਜੋ ਅੱਜ ਸਾਡੇ ਮਨਾਂ ਵਾਸਤੇ ਪ੍ਰੇਰਣਾ ਬਣਿਆ ਹੈ। ਕਿਸ ਤਰ੍ਹਾਂ ਭਗਤ ਧੰਨਾ ਜੀ ਇੱਕ ਆਮ ਸਧਾਰਨ ਜੀਵ ਤੋਂ ਉੱਠ ਕੇ ਭਗਤ ਦੀ ਪਦਵੀ 'ਤੇ ਗਏ, ਅਤੇ ਨਾਲ ਹੀ ਜੋ ਆਮ ਜੀਵ ਭਰਮ ਵਿੱਚ ਨੇ ਕਿ ਸ਼ਾਇਦ ਭਗਤ ਧੰਨਾ ਜੀ ਨੇ ਪੱਥਰ ਤੋਂ ਪਰਮਾਤਮਾ ਦੀ ਪ੍ਰਾਪਤੀ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਗੁਰੂ ਸਾਹਿਬਾਨ ਨੇ ਅਤੇ ਖੁਦ ਭਗਤ ਧੰਨਾ ਜੀ ਨੇ ਆਪ ਦਾ ਜੀਵਨ ਅਤੇ ਪ੍ਰਾਪਤੀ ਦੇ ਸੰਬੰਧ ਦੇ ਵਿੱਚ ਵਿਚਾਰ ਕੀਤੀ ਹੈ। ਗੁਰਬਾਣੀ ਵਿੱਚ ਗੁਰਮੁਖ ਦੱਸ ਰਹੇ ਨੇ ਵੀ ਜਦੋਂ ਵੀ ਅਧਿਆਤਮਿਕ ਮਾਰਗ ਦੇ ਉੱਪਰ ਚੱਲ ਕੇ ਕਿਸੇ ਨੂੰ ਪ੍ਰਾਪਤੀ ਹੋਈ ਹੈ ਅਤੇ ਪੂਰਨ ਗੁਰੂ ਤੋਂ ਬਿਨਾਂ ਉਹ ਪਰਮਾਤਮਾ ਨੂੰ ਨਹੀਂ ਮਿਲ ਸਕਿਆ। ਗੁਰੂ ਦੇ ਰਾਹੀਂ ਹੀ ਨਿਜ ਮਹਿਲ ਦਾ ਦਰ ਖੁੱਲ੍ਹਿਆ ਹੈ ਅਤੇ ਮਨ ਨਿਰੰਕਾਰ ਦੇ ਸਨਮੁਖ ਹੋਇਆ ਹੈ। ਇਸੇ ਤਰ੍ਹਾਂ ਭਗਤ ਧੰਨਾ ਜੀ ਦਾ ਜੀਵਨ ਮਹਾਰਾਜ ਆਪਾਂ ਪੜ੍ਹਦੇ ਹਾਂ। ਭਗਤ ਧੰਨਾ ਜੀ ਨੇ ਇੱਕ ਆਮ ਸਧਾਰਨ ਪਰਿਵਾਰ ਦੇ ਵਿੱਚ ਜਨਮ ਲਿਆ, ਜਿਨ੍ਹਾਂ ਦੇ ਮਾਤਾ ਪਿਤਾ ਖੇਤੀਬਾੜੀ ਨਾਲ ਸੰਬੰਧਿਤ ਸਨ। ਮਾਤਾ ਪਿਤਾ ਜੀ ਆਮ ਸਧਾਰਨ ਪਰਿਵਾਰ ਵਿੱਚੋਂ ਹੋਣ ਕਰਕੇ ਕਰਮ ਦੇ ਨਾਲ ਨਾਲ ਧਰਮ ਨੂੰ ਵੀ ਦ੍ਰਿੜ ਕਰਦੇ ਸਨ। ਜਦੋਂ ਕਿਤੇ ਸਮਾਂ ਮਿਲਣਾ, ਸੰਗਤ ਕਰਨੀ, ਅਤੇ ਧੰਨਾ ਜੀ ਨੂੰ ਵੀ ਬਚਪਨ ਤੋਂ ਹੀ ਸੰਗਤ ਦੇ ਵਿੱਚ ਲੈ ਕੇ ਜਾਂਦੇ। ਜਿਵੇਂ ਜਿਵੇਂ ਸਮਾਂ ਬੀਤਦਾ ਗਿਆ, ਮਾਤਾ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਅਤੇ ਭਗਤ ਧੰਨਾ ਜੀ ਦੇ ਉੱਪਰ ਪਰਿਵਾਰ ਦੀ ਜ਼ਿੰਮੇਵਾਰੀ ਆ ਗਈ। ਪਰ ਸੰਗਤ ਹੋਣ ਕਰਕੇ ਅੰਦਰ ਤੜਫ ਸੀ, ਪਰਮਾਤਮਾ ਨੂੰ ਮਿਲਣ ਦੀ ਇੱਛਾ ਸੀ। ਉਹਨਾਂ ਦੇਖਿਆ ਵੀ ਉਹਨਾਂ ਦੇ ਇਲਾਕੇ ਦੇ ਵਿੱਚ ਇੱਕ ਵਿਦਵਾਨ ਪੰਡਿਤ ਰਹਿੰਦੇ ਨੇ। ਉਹ ਸਵੇਰੇ ਉੱਠ ਕੇ ਠਾਕਰ ਦੀ ਪੂਜਾ ਕਰਦੇ ਨੇ, ਠਾਕਰ ਨੂੰ ਤਿਲਕ ਲਾਉਂਦੇ ਨੇ, ਇਸ਼ਨਾਨ ਕਰਾਉਂਦੇ ਨੇ ਅਤੇ ਉਸ ਨੂੰ ਭਗਤੀ ਉਸ ਦੀ ਕਰਦੇ ਨੇ। ਧੰਨਾ ਜੀ ਦੇ ਅੰਦਰ ਉਤਸ਼ਾਹ ਸੀ, ਪਰ ਅਜੇ ਗੁਰੂ ਨਹੀਂ ਸੀ ਧਾਰਨ ਕੀਤਾ, ਜਿਸ ਕਰਕੇ ਪੰਡਿਤ ਜੀ ਵਿਦਵਾਨ ਜਿਹੜੇ ਸੀ, ਜਦੋਂ ਉਹਨਾਂ ਕੋਲ ਭਗਤ ਧੰਨਾ ਜੀ ਗਏ, ਪੰਡਿਤ ਜੀ ਨੇ ਦੱਸਿਆ ਉਹ ਤ੍ਰੈ ਗੁਣਾਂ ਦੇ ਵਿੱਚ ਵਿਚਰਦੇ ਸਨ ਵਿਦਵਾਨ, ਜਿਸ ਨੂੰ ਗੁਰਬਾਣੀ ਵਿੱਚ ਵੀ ਦੱਸਿਆ ਹੈ ਵੀ ਸਿਰਫ ਬਾਹਰੋਂ ਹੀ ਲਿਬਾਸ ਧਾਰਨ ਕਰਨ ਦੇ ਨਾਲ ਪਰਮਾਤਮਾ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਉਸ ਵਾਸਤੇ ਹਿਰਦੇ ਨੂੰ ਸ਼ੁੱਧ ਕਰਨਾ ਪੈਂਦਾ ਹੈ, ਅਤੇ ਜੇ ਹਿਰਦੇ ਦੇ ਵਿੱਚ ਕਪਟ ਹੈ, ਲੋਭ ਹੈ, ਤੇ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਹਾਰਾਜ ਸੱਚੇ ਪਾਤਸ਼ਾਹ ਦਾ ਗੁਰਬਾਣੀ ਵਿੱਚ ਬਚਨ ਹੈ, ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤਕ ਕਹੀਐ ਨਾਨਕਾ ਜਹ ਪ੍ਰੀਤ ਨਹੀਂ ਭਗਵੰਤ। ਹੁਣ ਉਹ ਵਿਦਵਾਨ ਸੀ, ਪੰਡਿਤ ਸੀ, ਪਰ ਅੰਦਰੋਂ ਮਨ ਦਾ ਭੇਤ ਨਹੀਂ ਸੀ, ਸ਼ਬਦ ਦਾ ਭੇਤ ਨਹੀਂ ਸੀ, ਅਤੇ ਪੱਥਰ ਨੂੰ ਹੀ ਭਗਵਾਨ ਮੰਨ ਕੇ ਉਹ ਪੂਜਾ ਕਰਦਾ ਸੀ। ਇਸ ਅਵਸਥਾ ਵਿੱਚ ਉਸਨੇ ਦੇਖਿਆ ਵੀ ਧੰਨਾ ਜੀ ਬਾਲ ਬੁੱਧ ਨੇ, ਭੋਲਾ ਭਾਉ ਹੈ। ਉਹਨਾਂ ਨੇ ਭਗਤ ਧੰਨਾ ਜੀ ਦੀ ਅਵਸਥਾ ਨੂੰ ਦੇਖ ਕੇ ਉਹਨਾਂ ਦੀ ਗਾਂ ਉਹਨਾਂ ਤੋਂ ਮੰਗ ਲਈ
ਤੇ ਬਦਲੇ ਵਿੱਚ ਪੱਥਰ ਲਪੇਟ ਕੇ ਧੰਨਾ ਜੀ ਨੂੰ ਦੇ ਦਿੱਤਾ ਤੇ ਦੱਸ ਦਿੱਤਾ ਵੀ ਤੁਸੀਂ ਇਸ ਤਰ੍ਹਾਂ ਜਦੋਂ ਉੱਠਣਾ ਹੈ ਪਹਿਲੋਂ ਇਸ਼ਨਾਨ ਕਰਾਉਣਾ ਹੈ, ਭੋਗ ਲਾਉਣਾ ਹੈ, ਫਿਰ ਬਾਅਦ ਵਿੱਚ ਆਪ ਖਾਣਾ ਹੈ ਤੇ ਪੂਜਾ ਕਰਨੀ ਹੈ। ਧੰਨਾ ਜੀ ਕਰਨ ਲੱਗੇ, ਸਮਾਂ ਬੀਤਦਾ ਗਿਆ, ਕੋਈ ਫਰਕ ਨਾ ਪਿਆ। ਹੁਣ ਇਲਾਕੇ ਵਿੱਚ ਕਿਤੇ ਗੁਰਮੁਖ ਆਏ, ਕੋਈ ਸੰਤ ਆਏ, ਸੰਗਤ ਜੁੜੀ, ਕੁਦਰਤੀ ਧੰਨਾ ਜੀ ਵੀ ਉੱਥੇ ਚਲੇ ਗਏ। ਧੰਨਾ ਜੀ ਨੇ ਸੁਣਿਆ ਵੀ ਜੋ ਸੰਤਾਂ ਨੇ ਇਕੱਠ ਦੀ ਵਿਚਾਰ ਕੀਤੀ ਹੈ ਉਸ ਵਿੱਚ ਉਹਨਾਂ ਦੱਸਿਆ ਹੈ ਕਿ ਜੋ ਪ੍ਰਭੂ ਹੈ, ਪਰਮਾਤਮਾ ਹੈ, ਇਹ ਜੋਤ ਸਰੂਪੀ ਹੈ, ਪ੍ਰਕਾਸ਼ ਸਰੂਪ ਹੈ, ਇਹ ਨਿਰਾਕਾਰ ਹੈ ਤੇ ਜਿੰਨਾ ਵੀ ਆਕਾਰ ਹੈ, ਦ੍ਰਿਸ਼ਟਮਾਨ ਹੈ, ਇਹ ਨਾਸ਼ ਹੋਣ ਵਾਲਾ ਹੈ। ਹੁਣ ਇਹ ਗੱਲ ਸੁਣ ਕੇ ਧੰਨਾ ਜੀ ਦੇ ਮਨ ਵਿੱਚ ਆਈ ਵੀ ਮੈਂ ਤਾਂ ਆਕਾਰ ਦੀ ਪੂਜਾ ਕਰਦਾ ਹਾਂ। ਉੱਥੇ ਫਿਰ ਧੰਨਾ ਜੀ ਨੂੰ ਮੌਕਾ ਮਿਲਿਆ ਸੰਤਾਂ ਦੇ ਨਾਲ ਵਿਚਾਰ ਕੀਤੀ। ਵਿਚਾਰ ਹੋਣ ਤੇ ਪਤਾ ਲੱਗਾ ਵੀ ਜਿਹੜਾ ਪੱਥਰ ਹੈ ਇਸ ਨੂੰ ਸਭ ਤੋਂ ਘੱਟ ਗਿਆਨ ਹੈ ਤੇ ਜਿਹੜਾ ਮਾਨਸ ਜਾਮਾ ਹੈ ਇਸ ਨੂੰ ਸਭ ਤੋਂ ਵੱਧ ਗਿਆਨ ਹੈ। ਮਾਨਸ ਚਾਹੇ ਪੱਥਰ ਨੂੰ ਉਤਾਰ ਸਕਦਾ ਹੈ ਕਿਉਂਕਿ ਮਾਨਸ ਦੇ ਅੰਦਰ ਵਿਵੇਕ ਗਿਆਨ ਹੁੰਦਾ ਹੈ। ਗੁਰੂ ਦੇ ਰਾਹੀਂ ਉਹ ਆਪ ਵੀ ਤਰ ਸਕਦਾ ਹੈ, ਦੂਸਰੇ ਨੂੰ ਵੀ ਤਾਰ ਸਕਦਾ ਹੈ। ਪੱਥਰ ਡਬੋ ਤਾਂ ਸਕਦਾ ਹੈ ਪਰ ਤਾਰ ਨਹੀਂ ਸਕਦਾ। ਇੱਥੇ ਫਿਰ ਧੰਨਾ ਜੀ ਨੇ ਸੰਤਾਂ ਦੇ ਮੁਤਾਬਕ ਜਦੋਂ ਸੰਤਾਂ ਨੇ ਦੱਸਿਆ ਵੀ ਗੁਰੂ ਤੋਂ ਬਿਨਾਂ ਭਵ ਸਾਗਰ ਨੂੰ ਪਾਰ ਨਹੀਂ ਕੀਤਾ ਜਾ ਸਕਦਾ, ਧੰਨਾ ਜੀ ਨੇ ਉਹ ਜੋ ਕਰਦੇ ਸੀ ਠਾਕਰ ਦੀ ਪੂਜਾ ਉਹ ਛੱਡ ਦਿੱਤੀ ਤੇ ਗੁਰੂ ਧਾਰਨ ਕੀਤਾ। ਗੁਰੂ ਧਾਰਨ ਕਰਨ ਤੋਂ ਬਾਅਦ ਗੁਰੂ ਨੇ ਸ਼ਬਦ ਦਿੱਤਾ। ਭਗਤ ਧੰਨਾ ਜੀ ਨੇ ਸ਼ਬਦ ਦੀ ਆਰਾਧਨਾ ਕੀਤੀ, ਸ਼ਬਦ ਦੀ ਕਮਾਈ ਕੀਤੀ। ਸ਼ਬਦ ਦੀ ਕਮਾਈ ਕਰਨ ਦੇ ਨਾਲ ਅੰਦਰ ਨਾਮ ਪ੍ਰਗਟ ਹੋਇਆ, ਜੋਤ ਪ੍ਰਗਟ ਹੋਈ ਤੇ ਧੰਨਾ ਜੀ ਨੂੰ ਅਸਲੀ ਪ੍ਰਭ ਦੀ ਪਹਿਚਾਣ ਹੋਈ, ਅਸਲੀ ਮਾਲਕ ਦੀ ਪਹਿਚਾਣ ਹੋਈ। ਫਿਰ ਉਹੀ ਧੰਨਾ ਜੀ ਗੁਰਬਾਣੀ ਦੇ ਵਿੱਚ ਦੱਸ ਰਹੇ ਨੇ ਕਿਸ ਤਰ੍ਹਾਂ ਗੁਰੂ ਦੇ ਸ਼ਰਨ ਵਿੱਚ ਗਏ, ਕਿਸ ਤਰ੍ਹਾਂ ਉਸ ਅਸਲੀ ਪ੍ਰਭ ਨੂੰ, ਪਰਮਾਤਮਾ ਨੂੰ ਪਹਿਚਾਨਿਆ ਹੈ। ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਦੱਸਿਆ, ਗਿਆਨ ਪ੍ਰਵੇਸ਼ ਗੁਰੈ ਧਨ ਦੀਆ, ਧਿਆਨ ਮਾਨ ਮਨ ਏਕਮੈ, ਪ੍ਰੇਮ ਭਗਤ ਮਾਨੀ ਸੁਖ ਜਾਣਿਆ, ਤ੍ਰਿਪਤ ਅਗਾਨੇ ਮੁਕਤ ਪਏ, ਪ੍ਰਗਟੀ ਜੋਤ ਸਮਾਨੀ ਜਾ ਕੇ, ਅਛਲੀ ਪਰ ਪਹਿਚਾਨਿਆ, ਧੰਨੈ ਧਨ ਪਾਇਆ ਧਰਣੀ ਧਰ, ਮਿਲ ਜਨ ਸੰਤ ਸਮਾਨਿਆ। ਇਸ ਤਰ੍ਹਾਂ ਉਹਨਾਂ ਦੱਸਿਆ ਵੀ ਅਸੀਂ ਗੁਰੂ ਦੀ ਸ਼ਰਨ ਵਿੱਚ ਗਏ, ਗੁਰੂ ਨੇ ਸਾਨੂੰ ਗਿਆਨ ਦਿੱਤਾ, ਗਿਆਨ ਦੇ ਕੇ ਅੰਤਰਗਤ ਧਿਆਨ ਲਾਇਆ, ਧਿਆਨ ਦੀ ਅਵਸਥਾ ਵਿੱਚ ਜਾ ਕੇ ਸ਼ਬਦ ਪ੍ਰਗਟ ਹੋਇਆ, ਨਾਦ ਪ੍ਰਗਟ ਹੋਇਆ, ਜਿੱਥੇ ਜਾ ਕੇ ਪ੍ਰਕਾਸ਼ ਦਾ ਅਨੁਭਵ ਹੋਇਆ ਤੇ ਅਸਲੀ ਠਾਕੁਰ ਦਾ ਭੇਤ ਆਇਆ। ਤੇ ਹੁਣ ਜਿਹੜਾ ਇਹ ਠਾਕੁਰ ਸੀ ਇਹ ਬੋਲਦਾ ਵੀ ਸੀ, ਜਿਸ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਗੁਰਬਾਣੀ ਦਾ ਵੀ ਫਰਮਾਨ ਹੈ, ਸੁਨ ਸਮਾਦ ਗੁਫਾ ਤਹਿ ਆਸਨ, ਕੇਵਲ ਬ੍ਰਹਮ ਪੂਰਨ ਤਹਿ ਬਾਸਨ, ਭਗਤ ਸੰਗ ਪ੍ਰਭ ਗੋਸ਼ਟ ਕਰਤ। ਹੁਣ ਇੱਥੇ ਫਿਰ ਸਾਨੂੰ ਕਲੀਅਰ ਹੋ ਜਾਂਦਾ ਹੈ ਕਿ ਜੋ ਪਾਥਰ ਕੋ ਕਹਤੇ ਦੇਵ, ਤਾਂ ਕਿ ਬਿਰਥਾ ਹੋਵੇ ਸੇਵ, ਜੋ ਪਾਥਰ ਕੀ ਪਾਈ ਪਾਏ, ਤਾਂ ਕਿ ਘਾਲ ਅਜਾਈ ਜਾਏ। ਸੋ ਇਸ ਤਰ੍ਹਾਂ ਭਗਤ ਧੰਨਾ ਜੀ ਨੇ ਠਾਕਰ ਦੀ ਪੂਜਾ ਜਦੋਂ ਕੀਤੀ, ਅਸਲੀ ਪ੍ਰਭੂ ਦੀ ਪਹਿਚਾਣ ਕੀਤੀ, ਫਿਰ ਉਹਨਾਂ ਨੇ ਦੱਸਿਆ ਵੀ ਜਿਹੜਾ ਪਰਮਾਤਮਾ ਹੈ ਇਹ ਹਰ ਥਾਂ ਹਾਜ਼ਰ ਨਾਜ਼ਰ ਹੈ। ਅੱਜ ਜਿਸ ਤਰ੍ਹਾਂ ਵਿਗਿਆਨ ਜਾਂ ਥੋੜ੍ਹਾ ਜਿਹਾ ਪੜ੍ਹਾਈ ਦਾ ਸਮਾਂ ਹੈ, ਬਹੁਤ ਸਾਰੇ ਜੀਵ ਜਦੋਂ ਵਿਦਵਾਨ ਬਣ ਜਾਂਦੇ ਨੇ ਜਾਂ ਵਿਗਿਆਨੀ ਬਣ ਜਾਂਦੇ ਨੇ, ਉਹ 10ਵੇਂ ਦੁਆਰ ਨੂੰ ਨਹੀਂ ਮੰਨਦੇ। ਹੁਣ ਇੱਕ ਆਮ ਸਧਾਰਨ ਭਗਤ ਜਿਸ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਹੈ, ਉਹ ਦੱਸ ਰਿਹਾ ਹੈ
ਵੀ ਇਹ 10 ਦੁਆਰਾਂ ਦਾ ਹੀ ਸਾਡਾ ਪਿੰਡ ਹੈ, ਸਰੀਰ ਹੈ। ਇਹ 10 ਦੁਆਰਾਂ ਦੇ ਪਿੰਡ ਦੀ ਸਿਰਜਣਾ ਪ੍ਰਮਾਤਮਾ ਨੇ ਮਾਤਾ ਦੇ ਗਰਭ ਦੇ ਵਿੱਚ ਕਰਵਾਈ ਹੈ, ਜਿਸ ਨੂੰ ਉਹ ਫਰਮਾਉਂਦੇ ਨੇ, ਜਨਨੀ ਕੇਰੇ ਉਦਰ ਉਦਕ ਮਹਿ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮਹਿ ਰਾਖੇ ਐਸਾ ਖਸਮ ਹਮਾਰਾ। ਸੋ ਇਸ ਤਰੀਕੇ ਨਾਲ ਭਗਤ ਧੰਨਾ ਜੀ ਨੇ ਪ੍ਰਭੂ ਪ੍ਰਾਪਤੀ ਦਾ ਜੋ ਮਾਰਗ ਦੱਸਿਆ, ਉਸ ਵਿੱਚ ਉਹ ਸਮਝਾ ਗਏ ਕਿ ਪਰਮਾਤਮਾ ਸਰਵ ਵਿਆਪਕ ਹੈ, ਪਰਮਾਤਮਾ ਜੋਤ ਸਰੂਪ ਹੈ, ਤੇ ਸਾਡੇ ਅੰਦਰ ਉਹ ਗੁਰੂ ਦੇ ਰਸਤੇ 'ਤੇ ਚੱਲ ਕੇ ਸ਼ਬਦ ਰੂਪ ਦੇ ਵਿੱਚ ਪ੍ਰਗਟ ਹੋ ਕੇ ਸਾਨੂੰ ਅੱਗੇ ਚੱਲ ਕੇ ਸਹਿਜ ਵਿੱਚ ਪ੍ਰਕਾਸ਼ ਰੂਪ ਵਿੱਚ ਮਿਲਦਾ ਹੈ ਤੇ ਅੱਗੇ ਵਿਚਾਰ ਵੀ ਕਰਦਾ ਹੈ। ਜਦੋਂ ਫਿਰ ਭਗਤ ਧੰਨਾ ਜੀ ਉਸ ਪਰਮਾਤਮਾ ਦੇ ਸਨਮੁਖ ਹੋਏ, ਜੋ ਵੀ ਫਿਰ ਤ੍ਰੈ ਗੁਣਾਂ ਦੇ ਮੁਤਾਬਕ ਵੀ ਉਹ ਮੰਗ ਫਿਰ ਉਹਨਾਂ ਨੇ ਉੱਥੇ ਕੀਤੀ ਹੈ। ਜਿਸ ਕਿਸਮ ਦੀ ਵੀ ਜ਼ਰੂਰਤ ਸੀ, ਉਹ ਫਿਰ ਕਾਰਜ ਮਾਲਕ ਨੇ ਉਹਨਾਂ ਦੇ ਕੀਤੇ ਨੇ। ਉਸ ਅਵਸਥਾ ਵਿੱਚ ਮਹਾਰਾਜ ਦੱਸ ਰਹੇ ਨੇ ਭਗਤ ਧੰਨਾ ਜੀ ਵੀ ਜੋ ਵੀ ਉਸ ਦੀ ਭਗਤੀ ਕਰਦਾ ਹੈ, ਉਸ ਦੇ ਕਾਰਜ ਰਾਸ ਹੁੰਦੇ ਨੇ। ਫਰਮਾ ਰਹੇ ਨੇ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਇੱਥੇ ਫਿਰ ਉਹਨਾਂ ਨੇ ਸਨਮੁਖ ਹੋ ਕੇ ਜੋ ਮੰਗ ਕੀਤੀ, ਮਾਲਕ ਨੇ ਪੂਰੀ ਕੀਤੀ ਹੈ। ਇਸੇ ਤਰ੍ਹਾਂ ਸਾਨੂੰ ਵੀ ਦੱਸ ਰਹੇ ਨੇ ਵੀ ਜੇ ਤੁਸੀਂ ਵੀ ਸਨਮੁਖ ਹੋ ਕੇ ਮੰਗ ਕਰੋਗੇ, ਉਹ ਤੁਹਾਡੀ ਆਪ ਸੁਣੇਗਾ, ਕਿਉਂਕਿ ਨਾਮ ਮਨ ਵਿੱਚ ਵਸਿਆ ਹੁੰਦਾ ਹੈ। ਫਿਰ ਗੁਰਮੁਖ ਦੀ ਮਾਲਕ ਆਪ ਸੁਣਦਾ ਹੈ। ਸੱਚਾ ਸਾਹਿਬ ਮਨ ਵਸੇ, ਮਨ ਚਿੰਦਿਆ ਫਲ ਪਾਏ, ਨਾਨਕ ਤਿਨਕਾ ਆਖਿਆ ਆਪ ਸੁਣੇ, ਜੇ ਲੈਣ ਪੰਨੇ ਪਾਏ। ਹੁਣ ਇੱਥੇ ਗੁਰਬਾਣੀ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਆਪਾਂ ਨੂੰ ਕਲੀਅਰ ਕਰ ਗਏ ਵੀ ਅਗਿਆਨੀ ਜਿਹੜੇ ਨੇ ਉਹ ਇਸ ਨੂੰ ਸਮਝਦੇ ਨੇ ਵੀ ਸ਼ਾਇਦ ਪੱਥਰ ਦੀ ਪੂਜਾ ਕਰਕੇ ਧੰਨੇ ਭਗਤ ਨੇ ਪ੍ਰਾਪਤੀ ਕੀਤੀ। ਹੁਣ ਇੱਥੇ ਧੰਨਾ ਭਗਤ ਜੀ ਨੇ ਆਪਾਂ ਨੂੰ ਦੱਸਿਆ ਹੈ ਵੀ ਪ੍ਰਭੂ ਦੀ ਜੋ ਪ੍ਰਾਪਤੀ ਹੈ, ਇਹ ਗੁਰੂ ਦੀ ਸ਼ਰਨ ਦੇ ਵਿੱਚ ਜਾ ਕੇ ਹੀ ਕੀਤੀ ਜਾ ਸਕਦੀ ਹੈ। ਸੋ ਇੰਨੀਆਂ ਹੀ ਵਿਚਾਰਾਂ ਕਰਦਿਆਂ ਖੇਮਾਂ ਦੇ ਜਾਚਕ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।